ਵੈਲਕਮ 8th ਕਲਾਸ। ਅੱਜ ਅਸੀਂ ਚੈਪਟਰ 3 ਦੀ ਫਾਈਨਲ ਰਿਵੀਜ਼ਨ ਉਹਦੀ ਵਰਕਸ਼ੀਟ ਰੇਖਾਖੰਡਾਂ ਨਾਲ ਬਣੀ ਸਧਾਰਨ ਬੰਦ ਵਕਰ ਨੂੰ ਕੀ ਕਹਿੰਦੇ ਹਨ। ਰੇਖਾਖੰਡਾਂ ਨਾਲ ਜਿਹੜੀ ਸਧਾਰਨ ਬੰਦ ਵਕਰ ਬਣਦੀ ਹੈ, ਇਸ ਤਰ੍ਹਾਂ ਕੋਈ ਵੀ ਬੰਦ ਜਿੰਨੀ ਮਰਜ਼ੀ ਭੁਜਾਵਾਂ ਹੋ ਸਕਦੀਆਂ ਨੇ, ਉਸ ਨੂੰ ਕੀ ਕਹਿੰਦੇ ਆ ਬੇਟਾ? ਬਹੁਭੁਜ। ਕੀ ਕਹਿੰਦੇ ਆ? ਬਹੁਭੁਜ। A closed figure made up of line segment is called polygon। त्रिभुज डैश भुजावां वाला बहुभुज है। त्रिभुज किहड़ा है? तीन भुजावां वाला। देखो त्रिभुज दी तीन सीधियां लाइनां नाल बनिया हुंदा त्रिभुज। आ देखो इहदी तीन सीधियां लाइनां नाल बनदा है, तो त्रिभुज जिहड़ा है तीन भुजावां वाला बहुभुज है। ये ट्रायंगल इज़ अ पॉलीगन ऑफ डैश साइड्स। ट्रायंगल कितनी है? पॉलीगन साइड्स वाला पॉलीगन है 3 साइड्स। 7 भुजावां वाले बहुभुज नूं की कहंदे आ? सेप्टागन। पॉलीगन मेड ऑफ 7 साइड इज कॉल्ड सेप्टागन। 6 भुजावां वाले नूं हैग्जागन। 5 भुजावां वाले नूं हैग्जागन। सतभुज पंजाबी मीडियम वाले लिखणगे सतभुज। 6 भुजावां वाले बहुभुज नूं बड़ा ही इंपॉर्टेंट है, की कहा जाता है? 6 भुज। पंजाबी मीडियम वाले लिखणगे 6 भुजावां वाला। देखो इस तरह की शेप हुंदी है, 1 2 3 4 5 6, तो इहनूं की कहंदे आ? हैग्जागन। ਹੁਣ बेटा बहुभुज भी 2 तरह के होंगे, उत्तल ते अवतल। उत्तल इस तरह के होंगे जोड़े आम तुसीं त्रिभुज, ये चतुर्भुज, ये सारे उत्तल बहुभुज ने। 5 भुज, 6 भुज, 7 भुज, ये सारे उत्तल। अवतल इस तरह के होंगे। ਜਦੋਂ ਇਹਨਾਂ ਦੇ ਆਪੋਜ਼ਿਟ ਸਾਹਮਣੇ ਆਮਣੇ ਵਾਲੇ ਬਿੰਦੂਆਂ ਨੂੰ ਮਿਲਾਇਆ ਜਾਂਦਾ ਹੈ ਤਾਂ ਇਹਨੂੰ ਵਿਕਰਨ ਕਿਹਾ ਜਾਂਦਾ ਹੈ। ਇਹ ਵਿਕਰਨ ਜਿਹੜਾ ਹੈ ਬਹੁਭੁਜ ਦੇ ਬਾਹਰਲੇ ਹਿੱਸੇ ਵੀ ਆ ਜਾਂਦਾ। ਦੇਖੋ ਆ ਬਾਹਰ ਆ ਗਿਆ ਵਿਕਰਨ, ਬਹੁਭੁਜ ਦਾ ਅੰਦਰਲਾ ਹਿੱਸਾ ਤਾਂ ਆਹ ਵਾਲਾ ਤੇ ਆ ਵਿਕਰਨ ਜਿਹੜਾ ਹੈ ਬਾਹਰ ਆ ਗਿਆ। ਲੇਕਿਨ ਜਿਹੜੇ ਆਹ ਕਨਵੈਕਸ ਵਾਲੇ ਉੱਤਲ ਬਹੁਭੁਜ ਹੁੰਦੇ, ਇਹਨਾਂ ਦੇ ਵਿਕਰਨ ਜਿਹੜੇ ਅੰਦਰ ਹੀ ਹੁੰਦੇ ਨੇ। ਜਿੰਨੇ ਮਰਜ਼ੀ ਡਰਾ ਕਰ ਲਓ। ਇੱਕ ਆ ਦੇਖੋ, ਇਜ਼ ਇਟ ਓਕੇ? ਤਾਂ ਉੱਤਲ ਬਹੁਭੁਜ ਦੇ ਵਿਕਰਨ ਬਹੁਭੁਜ ਦੇ ਅੰਦਰਲੇ ਪਾਸੇ ਹੁੰਦੇ ਹਨ। The diagonals of convex polygon is inside the figure। ਉਸ ਤੋਂ ਬਾਅਦ ਹੈ ਅਵਤਲ ਬਹੁਭੁਜ ਦੇ ਵਿਕਰਨ ਕਿੱਧਰਲੇ ਪਾਸੇ ਹੁੰਦੇ ਹਨ? ਬਾਹਰਲੇ ਪਾਸੇ। Diagonals of concave polygon is outside the figure। ਆ ਦੇਖੋ ਤੁਹਾਨੂੰ ਦੱਸਿਆ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਹੈ ਤੇ ਇਹਨੂੰ ਅਵਤਲ ਬਹੁਭੁਜ ਕਹਿੰਦੇ ਆ। ਵਿਕਰਨਾਂ ਦਾ ਕੁਝ ਹਿੱਸਾ ਜਿਹੜਾ ਹੈ ਇਹਦੇ ਵਿੱਚ ਬਾਹਰ ਹੁੰਦਾ ਹੈ। ਜਿਸ ਬਹੁਭੁਜ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਸਮ ਬਹੁਭੁਜ। ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ, ਜਿਵੇਂ ਕਿ ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ ਜੇ ਬਰਾਬਰ ਹੋਣ ਉਹਨੂੰ ਸਮਭੁਜੀ ਬਹੁਭੁਜ ਕਿਹਾ ਜਾ ਸਕਦਾ। ਤ੍ਰਿਭੁਜ ਤੇ ਇਸ ਤਰ੍ਹਾਂ ਬਹੁ ਭੁਜਾਵਾਂ ਮਤਲਬ ਬਹੁਤ ਭੁਜਾਵਾਂ ਵਾਲਾ। ਤੇ ਜਿਸ ਤਰ੍ਹਾਂ ਬਹੁਭੁਜ ਦੀਆਂ ਮਤਲਬ ਪਤਾ ਨਹੀਂ ਸਾਨੂੰ ਕਿੰਨੀਆਂ ਭੁਜਾਵਾਂ ਨੇ, ਪਰ ਜਿੰਨੀਆਂ ਵੀ ਭੁਜਾਵਾਂ ਨੇ ਉਹ ਸਾਰੀਆਂ ਬਰਾਬਰ ਨੇ। ਹੋ ਸਕਦਾ ਉਹਦੀ 6 ਹੋਣ, ਉਹਦੀ ਸਕਦਾ ਉਹਦੀ 8 ਹੋਣ, ਹੋ ਸਕਦਾ ਉਹਦੀ 100 ਭੁਜਾਵਾਂ ਹੋਣ। ਇਹ ਪੋਲੀਗਨ ਵਿਦ ਆਲ ਸਾਈਡਸ ਇਕੁਅਲ ਇਜ਼ ਕਾਲਡ ਕਿਹੜਾ ਪੋਲੀਗਨ ਹੁੰਦਾ ਹੈ? ਰੈਗੂਲਰ ਪੋਲੀਗਨ। ਇੰਗਲਿਸ਼ ਵਿੱਚ ਲਿਖਦੇ ਆ ਰੈਗੂਲਰ ਪੋਲੀਗਨ, ਜਿਸ ਦੀ ਸਾਰੀ ਭੁਜਾਵਾਂ ਬਰਾਬਰ ਹੋਣ। ਕਿਸੇ ਬਹੁਭੁਜ ਦੇ ਵਿਕਰਨਾਂ ਦੀ ਗਿਣਤੀ ਡੈਸ਼ ਹੁੰਦੀ ਹੈ। ਹੁਣ ਕਿਸੇ ਬਹੁਭੁਜ ਦੇ ਵਿੱਚ ਮੰਨ ਲਓ ਚਤੁਰਭੁਜ ਦੇ ਵਿੱਚ ਹੀ ਮੈਂ ਵਿਕਰਨਾਂ ਦੀ ਗਿਣਤੀ ਪਤਾ ਕਰਨੀ ਹੈ, ਕਿੰਨੀ ਹੋਏਗੀ? ਇਹਦੇ ਵਿੱਚ 2 ਵਿਕਰਨ ਖਿੱਚੇ ਜਾ ਸਕਦੇ ਆ। ਇਹ ਤਾਂ ਮੈਂ ਡਰਾ ਕਰ ਲਏ, ਪਰ ਹੋ ਸਕਦਾ 100 ਭੁਜਾਵਾਂ ਵਾਲਾ ਬਹੁਭੁਜ ਹੋਵੇ, ਫਿਰ ਉਹਦੀ ਵਿਕਰਨਾਂ ਦੀ ਗਿਣਤੀ ਕਿਵੇਂ ਪਤਾ ਕਰਾਂਗੇ? 5 ਭੁਜ ਦੇ ਵਿਕਰਨਾਂ ਦੀ ਗਿਣਤੀ ਕਿਵੇਂ ਪਤਾ ਕਰਾਂਗੇ? ਠੀਕ ਹੈ ਨਾ? ਤਾਂ ਆਪਾਂ 5 ਭੁਜ ਦੇ ਕਿੰਨੇ ਵਿਕਰਨ ਹੁੰਦੇ ਆ? ਦੇਖੋ 1 2 3 4, ਠੀਕ ਹੈ। ਇਸ ਤਰ੍ਹਾਂ ਇੱਕ ਹੋਰ ਡਰਾ ਕੀਤਾ ਜਾ ਸਕਦਾ, 5 ਹੁੰਦੇ ਇਹਦੇ। ਆਹ ਦੇਖੋ 5। ਇਸ ਤਰ੍ਹਾਂ ਮੈਂ 5 ਡਰਾ ਕਰਤੇ ਤਾਂ ਕਿਸੇ ਵੀ ਬਹੁਭੁਜ ਦੇ ਅੰਦਰਲੀ ਜਿਹੜੀ ਹੈ ਵਿਕਰਨਾਂ ਦੀ ਗਿਣਤੀ n × n-3/2 ਨਾਲ ਪਤਾ ਕੀਤੀ ਜਾ ਸਕਦੀ ਹੈ। ਨੰਬਰ ਆਫ ਡਾਇਗਨਲਸ ਇਨ ਅ ਫਿਗਰ ਇਜ਼ n × n-3/2। n ਕੀ ਹੈ? ਜਿੰਨੀ ਵੀ ਬਹੁਭੁਜ ਦੀ ਭੁਜਾਵਾਂ ਦਿੱਤੀਆਂ ਹੋਣਗੀਆਂ। ਮੰਨ ਲਓ ਚਤੁਰਭੁਜ ਦੀਆਂ 4 ਭੁਜਾਵਾਂ ਨੇ, ਚਤੁਰਭੁਜ ਦੇ ਵਿਕਰਨ ਕਿੰਨੇ ਹੋ ਗਏ? 4 × 4 - 3/2। ਤਾਂ ਕਿੰਨਾ ਆ ਜਾਊਗਾ? 4 ਗੁਣਾ 4 ਚੋਂ 3 ਗਏ 1/2, ਮਤਲਬ 2 ਏਕਮ 2 2 ਦੂਣੀ 4। ਇਹਦਾ ਮਤਲਬ ਚਤੁਰਭੁਜ ਦੇ ਕਿੰਨੇ ਵਿਕਰਨ ਹੁੰਦੇ ਆ? 2। ਤ੍ਰਿਭੁਜ ਦਾ ਕੋਈ ਵਿਕਰਨ ਨਹੀਂ ਹੁੰਦਾ, 3 - 3 ਹੋ ਜਾਊਗਾ। ਭੁਜਾਵਾਂ 3 ਹੁੰਦੀਆਂ ਨੇ, 3 - 3 0। ਇਹਦਾ ਮਤਲਬ ਤ੍ਰਿਭੁਜ ਦਾ ਕੋਈ ਵਿਕਰਨ ਨਹੀਂ ਹੁੰਦਾ। ਚਤੁਰਭੁਜ ਦੇ 2 ਵਿਕਰਨ ਹੁੰਦੇ ਆ। 5 ਭੁਜ ਦੇ ਕਿੰਨੇ ਹੋਣਗੇ? 5 ਗੁਣਾ 5 - 3/2।
ਪੰਜਾਂ 'ਚੋਂ 3 ਗਏ 2 ਇਹ ਕੱਟਿਆ ਜਾਏਗਾ ਤੇ 5 ਵਿਕਰਨ ਹੁੰਦੇ ਆ। ਤਾਂ ਤੁਹਾਨੂੰ ਮੈਂ ਪੰਜਭੁਜ ਦੇ 5 ਵਿਕਰਨ ਡਰਾ ਕਰਕੇ ਦਿਖਾਏ ਨੇ। ਇਜ਼ ਇਟ ਓਕੇ। ਤ੍ਰਿਭੁਜ ਦੇ ਵਿਕਰਨਾਂ ਦੀ ਗਿਣਤੀ 0, ਕੋਈ ਗਿਣਤੀ ਨਹੀਂ ਹੁੰਦੀ। ਸਮ 6 ਭੁਜ ਦੇ ਵਿਕਰਨਾਂ ਦੀ ਗਿਣਤੀ ਤਾਂ ਕਿਵੇਂ ਕੱਢਾਂਗੇ? 6 ਭੁਜ ਕੋਲ ਭੁਜਾਵਾਂ ਕਿੰਨੀਆਂ ਨੇ? 6। ਇਸ ਫਾਰਮੂਲੇ ਦੀ ਸਹਾਇਤਾ ਨਾਲ 6 ਗੁਣਾ 6 ਮਾਈਨਸ 3 ਕਿੰਨਾ ਹੋ ਗਿਆ? 3/2। 2 ਏਕਮ 2, 2 ਤੀਆ 6। ਤਾਂ ਕਿੰਨਾ ਆ ਗਿਆ? ਉੱਪਰ ਵਾਲੀ ਰਕਮ ਉੱਪਰ ਵਾਲੀ ਨਾਲ ਗੁਣਾ 9। ਤਾਂ ਸਮ 6 ਭੁਜ ਦੇ ਵਿਕਰਨਾਂ ਦੀ ਗਿਣਤੀ ਕਿੰਨੀ ਹੋ ਗਈ? 9। ਚਤੁਰਭੁਜ ਦੇ ਵਿਕਰਨਾਂ ਦੀ ਗਿਣਤੀ ਨੰਬਰ ਆਫ ਡਾਇਗਨਲਸ ਇਨ ਕੁਆਡਰੀਲੇਟਰਲ। ਚਤੁਰਭੁਜ ਦੇ ਵਿਕਰਨਾਂ ਦੀ ਗਿਣਤੀ 2। ਇਹ ਹਮੇਸ਼ਾ ਯਾਦ ਰੱਖਣੇ ਆ। ਬਹੁਭੁਜ ਦੇ ਅੰਦਰਲੇ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ? ਇਹ ਇੱਕ ਫਾਰਮੂਲੇ ਨਾਲ ਪਤਾ ਲੱਗਦਾ। ਜਿੰਨੀਆਂ ਉਹਦੀਆਂ ਭੁਜਾਵਾਂ ਨੇ ਜਿੰਨੀਆਂ ਉਹਦੀ ਭੁਜਾਵਾਂ ਨੇ ਉਹ 'ਚੋਂ 2 ਘਟਾ ਕੇ ਗੁਣਾ 180 ਡਿਗਰੀ। ਐਨ 'ਚੋਂ 2 ਘਟਾ ਕੇ ਗੁਣਾ 180 ਡਿਗਰੀ। ਐਨ -2 ਇੱਥੇ ਦੁਬਾਰਾ ਲਿਖ ਦਿੰਦੀ ਹਾਂ। ਐਨ -2 ਮਲਟੀਪਲਾਈ ਬਾਏ 180 ਡਿਗਰੀ। ਇਹ ਹੁੰਦੀ ਹੈ ਬਹੁਭੁਜ ਦੇ ਅੰਦਰਲੇ ਕੋਨਾਂ ਦਾ ਜੋੜ। ਅੰਦਰਲੇ ਕੋਨ ਦੇਖੋ, ਆ ਜਿਵੇਂ ਬਹੁਭੁਜ ਹੈ, ਇਹਦੇ ਅੰਦਰਲੇ ਕੋਨਾਂ ਦਾ ਜੋੜ ਕਿੰਨਾ ਹੋਏਗਾ? ਕਿੰਨੀ ਭੁਜਾਵਾਂ ਨੇ ਇਹਦੀਆਂ? 1 2 3 4 5 6। ਤ੍ਰਿਭੁਜ ਦੀਆਂ ਕਿੰਨੀਆਂ ਭੁਜਾਵਾਂ ਹੁੰਦੀਆਂ ਨੇ? 1 2 3। ਤਾਂ ਤ੍ਰਿਭੁਜ ਦੇ ਅੰਦਰਲੇ ਕੋਨਾਂ ਦਾ ਜੋੜ ਕਿੰਨਾ ਹੁੰਦਾ ਆਪਾਂ ਨੂੰ? 3 - 2 ਗੁਣਾ 180 ਡਿਗਰੀ। ਤਾਂ 1 ਗੁਣਾ 180 ਡਿਗਰੀ ਮਤਲਬ 180 ਡਿਗਰੀ। ਤਾਂ ਤ੍ਰਿਭੁਜ ਦੇ ਅੰਦਰਲੇ ਕੋਨਾਂ ਜੋੜ ਆਪਾਂ ਕਹਿੰਦੇ ਆ ਤ੍ਰਿਭੁਜ ਦੇ 3 ਕੋਨਾਂ ਜੋੜ 180 ਡਿਗਰੀ। ਇਹ ਅੰਦਰਲੇ ਕੋਨ ਹੈ। ਤਾਂ ਇਸ ਤਰ੍ਹਾਂ ਇਹਦੇ ਅੰਦਰਲੇ ਕੋਨਾਂ ਦਾ ਜੋੜ ਕਿੰਨਾ ਹੋਏਗਾ? ਆ 6 ਭੁਜ ਹੈ, 6 'ਚੋਂ 2 ਘਟਾ ਦੇਣੇ ਆ ਗੁਣਾ 180 ਡਿਗਰੀ। 6 'ਚੋਂ 2 ਕੱਢੇ 4 ਗੁਣਾ 180 ਡਿਗਰੀ 720 ਡਿਗਰੀ। ਸਮਝ ਲੱਗ ਗਈ ਮੇਰੀ ਗੱਲ? ਨੈਕਸਟ ਹੈ ਪੰਜ ਭੁਜ ਦੇ ਅੰਦਰਲੇ ਕੋਨਾਂ ਜੋੜ। ਫਿਰ ਉੱਦਾਂ ਹੀ 5 'ਚੋਂ 2 ਘਟਾ ਕੇ ਗੁਣਾ 180 ਡਿਗਰੀ। ਪੰਜ ਭੁਜ ਦੇ ਅੰਦਰਲੇ ਕੋਨਾਂ ਜੋੜ ਤਾਂ 3 ਕਿੰਨਾ ਆ ਜਾਏਗਾ? 3 ਗੁਣਾ 180 ਡਿਗਰੀ ਬਰਾਬਰ 540 ਡਿਗਰੀ। ਇਜ਼ ਇਟ ਓਕੇ? 10 ਭੁਜਾਵਾਂ ਵਾਲੇ ਬਹੁਭੁਜ ਦੇ ਅੰਦਰਲੇ ਕੋਨਾਂ ਜੋੜ 10 'ਚੋਂ 2 ਘਟਾ ਕੇ ਗੁਣਾ 180 ਡਿਗਰੀ। 10 'ਚੋਂ 2 ਗਏ 8 ਗੁਣਾ 180 ਡਿਗਰੀ। ਇੱਦਾਂ ਤੁਸੀਂ ਕਿੰਨੀ ਵੀ ਭੁਜਾਵਾਂ ਦਿੱਤੀਆਂ ਹੁਣ ਬਹੁਭੁਜ ਦੀਆਂ, ਉਹਦੇ 'ਚ 2 ਘਟਾ ਕੇ ਗੁਣਾ 180 ਡਿਗਰੀ ਕਰੋਗੇ ਤਾਂ ਤੁਹਾਡੇ ਕੋਲ ਅੰਦਰਲੇ ਕੋਨਾਂ ਦਾ ਜੋੜ ਆ ਜਾਏਗਾ 1440 ਡਿਗਰੀ ਹੋਏਗਾ। 10 - 2 ਗੁਣਾ 180 ਡਿਗਰੀ ਨਾਲ। n × n - 2 ਇਹਦਾ ਸੂਤਰ ਹੈ। ਇਹ ਤੁਹਾਨੂੰ ਮੈਚਿੰਗ ਫਾਰਮ 'ਚ ਵੀ ਆ ਸਕਦਾ। 8 ਗੁਣਾ 180 ਡਿਗਰੀ 1440 ਡਿਗਰੀ। ਲੇਕਿਨ ਕਿਸੇ ਵੀ ਬਹੁਭੁਜ ਦੇ ਬਾਹਰੀ ਕੋਨਾਂ ਜੋੜ ਐਕਸਟੀਰੀਅਰ ਐਂਗਲ ਕਿੰਨੇ ਦਾ ਜੋੜ ਹੁੰਦਾ? ਇਹਦੇ ਲਈ ਕੋਈ ਫਾਰਮੂਲਾ ਨਹੀਂ। ਇਹਦੇ ਲਈ ਇੱਕੋ ਹੀ ਸਾਰਿਆਂ ਦਾ ਜੋੜ ਹੈ 360 ਡਿਗਰੀ। ਇਹ ਯਾਦ ਰੱਖਣਾ ਹੈ। ਕਿਸੇ ਵੀ ਬਹੁਭੁਜ ਦੇ ਬਾਹਰਲੇ ਜੇ ਕੋਣ ਦਿੱਤੇ ਹੋਏ ਹੈ, ਬਾਹਰਲੇ ਕੋਣ ਕਿਵੇਂ ਬਣੇ ਹੋਏ ਦਿੱਤੇ ਹੋਣਗੇ ਤੁਹਾਨੂੰ ਬੇਟਾ? ਇਸ ਤਰ੍ਹਾਂ ਮੰਨ ਲਓ ਇੱਦਾਂ ਇਹਦਾ ਬਾਹਰਲਾ ਕੋਣ 1, ਇਹਦਾ ਬਾਹਰਲਾ ਕੋਣ 2, ਇਸ ਤਰ੍ਹਾਂ ਬਣਾਇਆ ਹੋਊਗਾ। ਆਹ ਦੇਖੋ ਇਹਦੇ ਬਾਹਰ ਇਸ ਤਰ੍ਹਾਂ। ਅਤੇ ਬਾਹਰਲੇ ਕਿਸੇ ਵੀ ਬਾਹਰਲੇ ਕੋਨਾਂ ਦਾ ਜੋੜ ਜਿੰਨੇ ਮਰਜ਼ੀ ਕੋਣ ਹੋਣ, ਚਾਹੇ 100 ਭੁਜਾਵਾਂ ਵਾਲਾ ਬਹੁਭੁਜ ਹੋਵੇ, ਚਾਹੇ 100 ਕੋਣ ਹੋਣ, ਲੇਕਿਨ ਜੇ ਬਾਹਰ ਬਣੇ ਹੈ ਤਾਂ ਬਾਹਰਲੇ ਸਾਰੇ ਕੋਨਾਂ ਜੋੜ ਹਮੇਸ਼ਾ ਕਿੰਨਾ ਹੋਊਗਾ? 360 ਡਿਗਰੀ। ਇਜ਼ ਇਟ ਓਕੇ? ਜਿਵੇਂ ਕੋਈ ਵੀ ਹੈ, ਮਤਲਬ ਮੰਨ ਲਓ ਤ੍ਰਿਭੁਜ ਦੇ ਹੀ ਬਾਹਰਲੇ ਕੋਣ ਨੇ, ਮੰਨ ਲਓ ਇੱਕ ਦਿੱਤਾ ਹੈ, ਦੂਜਾ ਦਿੱਤਾ ਹੈ, ਤੀਜਾ ਪਤਾ ਕਰਨਾ ਹੈ, ਤਾਂ ਤੁਸੀਂ 360 'ਚੋਂ 2 ਦਾ ਜੋੜ ਮਾਈਨਸ ਕਰ ਦੋਗੇ ਤਾਂ ਤੀਜਾ ਤੁਹਾਡੇ ਕੋਲ ਆ ਜਾਊਗਾ। ਤਾਂ ਬਾਹਰਲੇ ਕੋਨਾਂ ਜੋੜ ਹਮੇਸ਼ਾ ਯਾਦ ਰੱਖਣਾ 360 ਡਿਗਰੀ। ਅੰਦਰਲੇ ਕੋਨਾਂ ਜੋੜ n × n - 2 ਗੁਣਾ 180 ਡਿਗਰੀ। ਸਮ ਬਹੁਭੁਜ ਦੇ ਭੁਜਾਵਾਂ ਦੀ ਗਿਣਤੀ ਪਤਾ ਕਰੋ ਜਿਸ ਦਾ ਬਾਹਰੀ ਕੋਣ 45 ਡਿਗਰੀ ਹੋਵੇ। ਇਸ ਤਰ੍ਹਾਂ ਦੇ ਕੁਐਸਚਨ ਆਏਗਾ ਕਿ ਜਾਂ ਤਾਂ ਤੁਹਾਨੂੰ ਭੁਜਾਵਾਂ ਦੀ ਗਿਣਤੀ ਪਤਾ ਕਰਨੀ ਹੋਊਗੀ, ਨੰਬਰ ਆਫ ਸਾਈਡਸ ਪਤਾ ਕਰਨਾ ਹੋਊਗਾ, ਤੇ ਬਾਹਰੀ ਕੋਣ ਦਿੱਤਾ ਹੋਊਗਾ, ਜਾਂ ਬਾਹਰੀ ਕੋਣ ਪਤਾ ਕਰਨਾ ਹੋਊਗਾ, ਭੁਜਾਵਾਂ ਦੀ ਗਿਣਤੀ ਦਿੱਤੀ ਹੋਊਗੀ। ਹੁਣ ਜਿਹੜਾ ਵੀ ਤੁਹਾਨੂੰ ਸਵਾਲ ਪੁੱਛਿਆ ਭੁਜਾਵਾਂ ਦੀ ਗਿਣਤੀ ਪਤਾ ਕਰਨੀ n ਮਤਲਬ ਹੁੰਦਾ ਹੀ ਹੈ ਭੁਜਾਵਾਂ ਦੀ ਗਿਣਤੀ, ਨੰਬਰ ਆਫ ਸਾਈਡਸ ਇਹਨੂੰ ਕਹਿੰਦੇ ਆ। ਤਾਂ ਇੰਗਲਿਸ਼ ਤੇ ਪੰਜਾਬੀ ਮੀਡੀਅਮ ਵਾਲੇ n ਲਿਖ ਸਕਦੇ, ਭੁਜਾਵਾਂ ਦੀ ਗਿਣਤੀ ਨੂੰ n ਦਾ ਉੱਤਰ ਕਿੰਨਾ ਆਊਗਾ? 360 ਡਿਗਰੀ ਨਾਲ ਡਿਵਾਈਡ ਕਰ ਦੇਣਾ ਹੈ 45 ਡਿਗਰੀ। ਇਜ਼ ਇਟ ਓਕੇ? ਤਾਂ ਤੁਸੀਂ ਕਿੰਨਾ ਆ ਜਾਊਗਾ? 8 45 360 ਨੂੰ 45 ਨਾਲ ਡਿਵਾਈਡ ਕਰ ਦੋਗੇ। ਜਿਨ੍ਹਾਂ ਬੱਚਿਆਂ ਨੂੰ ਨਹੀਂ ਆਉਂਦਾ ਇਸ ਤਰ੍ਹਾਂ ਡਿਵਾਈਡ ਕਰ ਲਓ। 45 ਏਕਮ 45 ਦੂਣਾ 90 ਕਰਕੇ 8 ਤੇ 45 8 360। ਇਹਦਾ ਮਤਲਬ ਬਹੁਭੁਜ ਦੇ ਭੁਜਾਵਾਂ ਦੀ ਗਿਣਤੀ ਕਿੰਨੀ ਹੋਊਗੀ? 8। ਇਸੇ ਤਰ੍ਹਾਂ ਹੀ ਜੇ ਤੁਹਾਨੂੰ ਭੁਜਾਵਾਂ ਦੀ ਗਿਣਤੀ ਦਿੱਤੀ ਹੋਵੇ, ਬਾਹਰੀ ਕੋਣ ਪਤਾ ਕਰਨਾ ਹੋਵੇ, 360 ਨਾਲ ਭੁਜਾਵਾਂ ਦੀ ਗਿਣਤੀ ਨੂੰ ਡਿਵਾਈਡ ਕਰ ਦੋਗੇ ਤਾਂ
ਬਾਹਰੀ ਕੋਣ ਆ ਜਾਊਗਾ। ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਸਰੇ ਨੂੰ ਕੀ ਕਰਦੇ ਨੇ, ਇਹ ਯਾਦ ਰੱਖਣਾ ਹੈ। ਸਮਾਂਤਰ ਚਤੁਰਭੁਜ ਇਸ ਤਰ੍ਹਾਂ ਦਾ ਹੁੰਦਾ ਹੈ ਜਿਹਦੀ ਆਇਤ ਵਰਗਾ ਹੁੰਦਾ, ਬਿਲਕੁਲ ਆਮਨੇ ਸਾਹਮਣੇ ਵਾਲੀ ਭੁਜਾਵਾਂ ਬਰਾਬਰ ਹੁੰਦੀਆਂ ਨੇ, ਸਿਰਫ ਆਮਨੇ ਸਾਹਮਣੇ ਵਾਲੀਆਂ, ਆਹ ਵਾਲੀ ਇਹਦੇ ਬਰਾਬਰ, ਆਹ ਵਾਲੀ ਇਹਦੇ ਬਰਾਬਰ, ਲੇਕਿਨ ਇੱਥੇ 90 ਡਿਗਰੀ ਦਾ ਕੋਣ ਨਹੀਂ ਹੁੰਦਾ। ਆਇਤ ਵਿੱਚ ਇਹ ਸਾਰੇ ਚਾਰੇ ਕੋਣ 90 ਡਿਗਰੀ ਦੇ ਹੁੰਦੇ ਆ, ਤਾਂ ਇਹਨੂੰ ਪੈਰਲੋਗ੍ਰਾਮ ਕਹਿੰਦੇ ਆ। ਡਾਇਗਨਲਸ ਆਫ ਪੈਰਲੋਗ੍ਰਾਮ ਇੱਕ ਦੂਜੇ ਨੂੰ ਕੀ ਕਰਦੇ, ਬਾਈਸੈਕਟ। ਬਾਈਸੈਕਟ ਦਾ ਮਤਲਬ ਦੋ ਬਰਾਬਰ ਹਿੱਸਿਆਂ 'ਚ ਵੰਡ ਦਿੰਦੇ, ਆਹ ਵਾਲਾ ਹਿੱਸਾ ਇਹਦੇ ਬਰਾਬਰ ਤੇ ਆਹ ਵਾਲਾ ਹਿੱਸਾ ਇਹਦੇ ਬਰਾਬਰ, ਤਾਂ ਸਮਦੁਭਾਜ ਕਰਦੇ ਹਨ। ਇੱਥੇ ਤੁਸੀਂ ਕੀ ਲਿਖੋਗੇ, ਸਮਦੁਭਾਜ। ਡਾਇਗਨਲਸ ਆਫ ਪੈਰਲੋਗ੍ਰਾਮ ਬਾਈਸੈਕਟ ਈਚ ਅਦਰ। ਬਾਈਸੈਕਟ ਮਨੇ ਦੋ ਬਰਾਬਰ ਹਿੱਸਿਆਂ 'ਚ ਵੰਡਣਾ। ਸਮਾਂਤਰ ਚਤੁਰਭੁਜ ਦੇ ਲਗਵੇਂ ਕੋਣ ਦਾ ਜੋੜ ਕਿੰਨਾ ਹੁੰਦਾ ਹੈ, ਆਹ ਦੇਖੋ ਨਾਲ ਲੱਗਦੇ ਕੋਣ ਕਿਹੜੇ ਹੁੰਦੇ ਆ, ਲਗਵੇਂ ਕੋਣ, ਆਹ ਵਾਲਾ ਇਹਦਾ ਜੋੜ, ਇਹਨਾਂ ਦੋਨਾਂ ਨਾਲ ਲੱਗਦੇ ਕੋਣ ਹੈ, ਆਮਨੇ ਸਾਹਮਣੇ ਵਾਲੇ ਆਹ ਹੁੰਦੇ ਆ ਨਾ, ਆਮਨੇ ਸਾਹਮਣੇ ਵਾਲੇ ਛੱਡ ਕੇ ਬਾਕੀ ਲਗਵੇਂ, ਇਹਨਾਂ ਦੋਨਾਂ ਕੋਣਾਂ ਜੋੜ 180 ਡਿਗਰੀ ਹੋਏਗਾ, ਤੇ ਇਹਨਾਂ ਦੋਨਾਂ ਦਾ ਜੋੜ 180 ਡਿਗਰੀ ਹੋਏਗਾ। ਇਹਨੂੰ ਛੱਡ ਕੇ ਮਤਲਬ ਸਾਹਮਣੇ ਵਾਲੇ ਨੂੰ ਛੱਡ ਕੇ ਬਾਕੀ ਕੋਈ ਵੀ ਦੋ ਕੋਣਾਂ ਦਾ ਜੋੜ ਕਰੋਗੇ 180 ਡਿਗਰੀ, ਮਤਲਬ ਜੇ 70 ਡਿਗਰੀ ਹੈ ਤਾਂ 110 ਡਿਗਰੀ ਹੋਏਗਾ, ਜੇ 110 ਡਿਗਰੀ ਹੈ ਤਾਂ ਕਿੰਨਾ ਹੋਏਗਾ, 70 ਡਿਗਰੀ। ਆਮਨੇ ਸਾਹਮਣੇ ਵਾਲੇ ਕੋਣ ਬਰਾਬਰ ਹੁੰਦੇ ਆ, ਦੇਖੋ ਜਿਵੇਂ ਆ ਆਮਨੇ ਸਾਹਮਣੇ ਬਰਾਬਰ ਆ ਕੇ, ਤੇ ਇਹਨਾਂ ਦੋਨਾਂ ਕੋਣਾਂ ਜੋੜੀਆਂ, ਇਹਨਾਂ ਦੋਨਾਂ ਕੋਣਾਂ ਜੋੜ ਕਿੰਨਾ ਹੋਏਗਾ, 180 ਡਿਗਰੀ। ਜਿਹੜੇ ਇੱਕੋ ਲਾਈਨ ਦੇ ਉੱਤੇ ਦੋ ਆ ਜਾਂਦੇ ਕੋਣ, ਇਹ ਲਗਵੇਂ ਕੋਣ ਹੁੰਦੇ। ਆ ਦੇਖੋ ਇੱਕੋ ਲਾਈਨ ਦੇ ਉੱਤੇ ਆ ਦੋਨੋਂ ਆ ਗਏ, ਇਸੇ ਤਰ੍ਹਾਂ ਆ ਇੱਕੋ ਲਾਈਨ ਦੇ ਉੱਤੇ ਆ ਦੋ ਕੋਣ ਆ ਗਏ, ਇਹਨਾਂ ਦੋਨਾਂ ਜੋੜ ਵੀ 180 ਡਿਗਰੀ ਹੋਏਗਾ, 180 ਡਿਗਰੀ। ਇਜ਼ ਇਟ ਓਕੇ। 2 ਅੰਕ ਵਾਲੇ ਬੇਟਾ ਕੁਝ ਇਸ ਤਰ੍ਹਾਂ ਦੇ ਪ੍ਰਸ਼ਨ ਨੇ ਤੁਹਾਡੀ ਬੁੱਕ ਦੇ ਵਿੱਚ, ਜਿਵੇਂ 3 ਚਤੁਰਭੁਜ ਹੈ, 4 ਭੁਜਾਵਾਂ ਵਾਲੀ ਆਕ੍ਰਿਤੀ ਹੈ, ਦੇਖੋ 4 ਜਾਮਨੀ ਭੁਜਾਵਾਂ ਨੇ, ਇਹਦੇ 3 ਕੋਣ ਦਿੱਤੇ ਹੋਏ ਆ, ਇੱਕ ਮਜੰਟਾ, ਇੱਕ ਬਲੂ ਤੇ ਇੱਕ ਔਰੰਜ, ਤੇ ਚੌਥਾ ਐਕਸ ਹੈ। ਜਦੋਂ ਵੀ ਅਸੀਂ ਚੌਥਾ ਕੋਣ ਪਤਾ ਕਰਨਾ ਚਤੁਰਭੁਜ ਦਾ, ਤੇ ਤੁਸੀਂ ਕੀ ਕਰਨਾ ਹੈ, ਸਿੱਧਾ ਆਨਸਰ ਇਹਦਾ ਕਿੰਨਾ ਆਨਸਰ ਹੋਊਗਾ, 360 ਚੋਂ ਮਾਈਨਸ ਕਰ ਦੇਣਾ ਹੈ ਸਾਰੇ ਤਿੰਨੇ ਕੋਣਾਂ ਦਾ ਜੋੜ, ਤਿੰਨੇ ਕੋਣਾਂ ਨੂੰ ਜੋੜ ਕੇ ਲਿਖ ਲੈਣਾ। ਇੱਥੇ 50 ਜਮਾ 120 170, 170 ਜਮਾ 130 ਕਿੰਨਾ ਹੋ ਗਿਆ, 300। ਇਹਨਾਂ ਤਿੰਨਾਂ ਕੋਣਾਂ ਜੋੜ ਇੱਥੇ ਕਰਕੇ ਲਿਖ ਲਓ, 3 ਕੋਣਾਂ ਦਾ ਜੋੜ। ਸਮ ਆਫ 3 ਐਂਗਲਸ, ਪਹਿਲੇ 3 ਐਂਗਲਸ ਕੱਢ ਲੈਣਾ। ਸਮ ਆਫ 3 ਐਂਗਲਸ ਕਿੰਨਾ ਆ ਗਿਆ, 300 ਡਿਗਰੀ। ਕਿਵੇਂ ਆਇਆ, ਤਿੰਨਾਂ ਨੂੰ ਜੋੜ ਕੇ, ਤਾਂ ਉਹ 'ਚੋਂ ਮਾਈਨਸ ਕਰ ਦੇਣਾ, ਐਕਸ ਦੀ ਵੈਲਿਊ ਕਿੰਨੀ ਆ ਜਾਏਗੀ, 60 ਡਿਗਰੀ। ਇਜ਼ ਇਟ ਓਕੇ। ਹੁਣ ਇਹਦੇ ਵਿੱਚ ਦੇਖੋ ਆਹ ਲਕੀਰਾਂ ਵੱਜੀਆਂ ਹੋਈਆਂ ਮਜੰਟਾ ਰੰਗ ਦੀਆਂ, ਆਹ 5 ਭੁਜਾਵਾਂ ਵਾਲੀ ਹੈ, ਲਾਲ 5 ਭੁਜਾਵਾਂ ਨੇ, 3 4 5, ਹੁਣ 5 ਹੀ ਭੁਜਾਵਾਂ ਬਰਾਬਰ ਨੇ, ਤੇ ਇਹਦਾ ਮਤਲਬ ਇਹ ਸਾਰੇ ਕੋਣ ਵੀ ਐਕਸ ਹੀ ਹੋਣਗੇ। ਇਹ ਵੀ ਐਕਸ ਹੋਏਗਾ, ਜੇ 6 ਨੇ ਤਾਂ 6x ਪਾ ਦੇਣੇ, ਜੇ 5 ਹੈ ਤਾਂ 5। ਕਿੰਨੇ ਐਕਸ ਹੋ ਗਏ, 1 2 3 4 5। 5 ਭੁਜਾਵਾਂ ਦੇ ਵਿੱਚ ਆ ਦੇਖੋ 5 ਕੋਣ ਬਣ ਗਏ। ਤੁਸੀਂ ਇੱਦਾਂ ਕੋਣ ਦੇਖ ਲੈਣੇ ਕਿੰਨੇ ਬਣਦੇ ਆ, ਕਿੰਨੇ ਬਣ ਗਏ ਇਹ, 5x। ਤਾਂ ਐਕਸ ਦਾ ਉੱਤਰ ਕਿੰਨਾ ਆਏਗਾ। ਹੁਣ 5 ਭੁਜ ਦੇ ਅੰਦਰਲੇ ਕੋਣਾਂ ਜੋੜ ਕਿੰਨਾ ਹੁੰਦਾ ਹੈ, 5 ਭੁਜ ਦੇ ਅੰਦਰਲੇ ਕੋਣਾਂ ਜੋੜ ਕਿੰਨੀਆਂ ਭੁਜਾਵਾਂ ਨੇ, 5 ਚੋਂ 2 ਘਟਾ ਕੇ ਆਪਾਂ ਅੰਦਰਲੇ ਕੋਣਾਂ ਜੋੜ ਕਿਵੇਂ ਕੱਢਦੇ ਹਾਂ, ਜਿੰਨੀ ਭੁਜਾਵਾਂ ਹੁੰਦੀਆਂ ਉਹ 'ਚੋਂ 2 ਘਟਾ ਕੇ ਗੁਣਾ 180 ਡਿਗਰੀ, ਉਹਨੂੰ 5x ਦੇ ਬਰਾਬਰ ਲਿਖ ਦੇਣਾ। ਕਿੰਨੇ ਐਕਸ ਨੇ, 5, ਤੇ 5x ਕਿਹਦੇ ਬਰਾਬਰ ਹੋਏਗਾ, ਅੰਦਰਲੇ ਸਾਰੇ ਕੋਣਾਂ ਜੋੜ, ਕਿਉਂਕਿ x ਕੋਣ ਹੀ ਹੈ ਤਾਂ ਸਾਰੇ ਅੰਦਰਲੇ ਕੋਣਾਂ ਜੋੜ ਕਿਵੇਂ ਹੋਏਗਾ, ਜਿੰਨੀ ਭੁਜਾਵਾਂ ਨੇ ਉਹ 'ਚ 2 ਘਟਾ ਕੇ ਗੁਣਾ 180 ਡਿਗਰੀ। ਕੱਲ੍ਹ ਨੂੰ ਜੇ 6 ਆ ਗਿਆ ਤਾਂ 6 - 2 ਗੁਣਾ 180 ਲਿਖ ਦਿਓ, ਅਤੇ ਇੱਥੇ 6x ਲਿਖ ਦਿਓ, ਤਾਂ ਕਿੰਨਾ ਆ ਗਿਆ, 3 ਗੁਣਾ 180 ਡਿਗਰੀ। ਤਾਂ x ਕਿੰਨਾ ਆ ਜਾਏਗਾ, 3 ਗੁਣਾ 180 ਡਿਗਰੀ ਬਟਾ 5। ਹੁਣ 180 5 ਦੇ ਨਾਲ ਡਿਵਾਈਡ ਹੋ ਜਾਏਗਾ, 5 ਤੀਏ 15, 5 ਛਿਕਾ 30, 108 ਡਿਗਰੀ। ਇਹਦਾ ਮਤਲਬ x ਕਿੰਨਾ ਆ ਗਿਆ, 108 ਡਿਗਰੀ। ਇसी ਤਰ੍ਹਾਂ ਦੇਖੋ ਬਾਹਰਲਾ ਕੋਣ ਦਿੱਤਾ ਹੋਇਆ, ਇਹ ਚੌਰਸ ਨਿਸ਼ਾਨ ਦਾ ਮਤਲਬ ਪਤਾ ਕੀ ਹੈ, ਇਹ ਕਿਹੜਾ ਹੈ, 90 ਡਿਗਰੀ, ਤੇ ਇਹਦਾ ਅੰਦਰਲਾ ਵੀ ਕਿੰਨਾ ਹੋਊਗਾ, 90। ਇਜ਼ ਇਟ ਓਕੇ। ਤਾਂ ਤੁਸੀਂ x ਕਿਵੇਂ ਕੱਢਣਾ ਹੈ, ਤਿੰਨੇ ਕੋਣਾਂ ਦਾ ਜੋੜ ਕਿੰਨਾ ਆ ਗਿਆ, 9 7 16, ਤਿੰਨੇ ਕੋਣਾਂ ਜੋੜ ਕੱਢ ਲਓ। ਸਮ ਆਫ 3 ਐਂਗਲਸ, 3 ਕੋਣਾਂ ਜੋੜ, ਤੁਸੀਂ ਲਿਖੋ ਕਿੰਨਾ, 7 6 13 130, 130 ਤੇ 90 220 ਡਿਗਰੀ। ਤਿੰਨੇ ਕੋਣਾਂ ਜੋੜ ਕਿੰਨਾ ਆ ਗਿਆ, 220 ਡਿਗਰੀ। ਤਾਂ x ਕਿਵੇਂ ਨਿਕਲੂਗਾ, 360 ਚੋਂ ਮਾਈਨਸ ਕਰ ਦੇਣਾ ਤਿੰਨੇ ਕੋਣਾਂ ਦਾ ਜੋੜ, 220 ਡਿਗਰੀ, 140 ਡਿਗਰੀ। ਤਾਂ x ਦੀ ਵੈਲਿਊ ਕਿੰਨੀ ਆ ਜਾਏਗੀ, 140 ਡਿਗਰੀ।
बस ये ध्यान रखना चौरस निशान का मतलब 90 डिग्री। जे इधरले पासे 90 डिग्री तो ये लैफ्ट राइट साइड से भी 90 डिग्री, जे राइट साइड से 90 तो लैफ्ट साइड से भी 90। लाइन के दोनों पासे 90-90 ही बनूगा। फिर उस तो बाद आ चौथा देखो ABCD पैरेललोग्राम है, समांतर चतुर्भुज है। समांतर चतुर्भुज का कहते एक कोण दिता होया, तो बाकी सारे पता करो XYZ। हुण तुहानूं पता है 100 के नाल जिहड़ी इक्को लाइन के उत्ते किहड़े कोण है Z, 100 ते Z इक्को लाइन के उत्ते है, इहदा मतलब Z कितना आएगा 180 चों, क्योंकि लगवें कोना जोड़ कितना हुंदा 180 डिग्री, मतलब इन्हां दोनों कोना जोड़ कितना होएगा 180 डिग्री। जे यह 100 है तो दूजा कितना होएगा 80, तो ये 100 घटा के कितना आ गया Z 80। मैनूं मूँह च नहीं आंदा है, देखो 100 + 80 180। इसी तरह ये दोनों भी इक्को लाइन के उत्ते है, 100 तो ये भी कितना होएगा 80, तो X भी कितना होएगा 80 डिग्री। एक तो आमने सामने वाले भी वैसे भी बराबर है, जो Z 80 आ गया तो ये भी 80, तो ये दोनों भी आपस से बराबर होणगे, आमने सामने वाले बराबर है, या इदा भी देख लोगे तो Y कितना आएगा 100 डिग्री। तो क्योंकि आमने सामने वाले कोण बराबर होंगे, जो दो पता लग जाए तो आमने सामने वाले बराबर, ये बराबर आ वाला ये बराबर। तो सब तो पहला मैं Z पता किया 100 ते 80, 180 दोनों जोड़, आ 80 तो भी 80, तो आ 100 तो भी 100 हो गया। नैक्सट है कि पैरेललोग्राम है, इदा भुजावां का माप दिता है, एक 3y - 1 एक 26, एक 3x एक 18। उन्हें नीली वाली भुजा नीली वाली के बराबर, लाल वाली के बराबर। तो तुसी x किवें कड्डोगे 3x बराबर 18, आमने सामने वाली भुजावां बराबर, जे 3x है तो कि बराबर होएगी 18 के, तो x कितना आ जाएगा 18/3, 3 × 6 = 18, तो x कितना आ गया 6। तो y पता करना है, y किवें निकलूगा 3y - 1 है, 3y - 1 कि बराबर आ जाऊगा 26 के। हुण सब तो पहला y पता करना, y नूं लॉक कर देना सी, इनू नहीं देखना हले, असी एक नूं उधर लै जाना है, तो 3y कि बराबर आ जाऊगा 26, ये -1 है, दूजे पासे जाके कितना आ जाऊगा +1, तो 26 च 1 जमा हो जाके कितना बन जाऊगा 27, तो y कितना आ जाएगा बेटे अपने को 27/3, 3 आया 27, तो y कितना आ जाएगा 9। इसी तरह ही समांतर चतुर्भुज का परिमाप ये बिल्कुल ईजी है। जिमें समांतर चतुर्भुज का परिमाप निकलन का मतलब, क्योंकि आयत वर्गी होंगी आमने सामने वाली भुजावां बराबर, ये भी 12 तो ये भी 7 होएगी। तो किसी भी चीज़ का परिमाप की होंदा सारी भुजावां का लंबाइयां का जोड़, 2 मजंटा लंबाइयां का तो 2 ऑरेंज लंबाइयां का जोड़। तो PQRS का परिमाप तो कितना होएगा, पैरीमीटर ऑफ PQRS किसी भी चीज़ का परिमाप की होंदा उसदी बाहरी बाउंड्री की लंबाई। ये 4 लंबाइयां ने, 2 मजंटा तो 2 ऑरेंज, इन्हां चारे भुजावां का जोड़ कर दो, 2 बार 12 जुड़ूगा तो 2 बार 7, 24 + 14 38 सेंटीमीटर। जां आयत का परिमाप का फार्मूला भी लगा सकते, एको गल है, आयत वर्गी शेप ही होंदी है, आयत नहीं होंदा, आयत का इत्थे हरेक कोण 90 होंदा, इहदे विच इस तरह नहीं होंदा। बस समांतर चतुर्भुज ते आयत च इन्ना ही फर्क है। ये क्वेश्चन तुहानूं ध्यान च लगा देना चाहनी, जिवें तुहानूं अंदरले कोना का जोड़ आया उदां ही बाहरले कोना का भी पता किता, जिवें X दिता होएगा तो बाकी बाहरले कोण दिते होणगे, मान लो आ 40 दिता है, तो आ वाला 50 दिता है, आ वाला 60 दिता है, तो आ वाला 70 दिता है। तो यह भी कहा जा सकता कि बाहरला जो हुण कोण X की है बाहर है, तो बाहरला कोण किवें पता करना है, 360 विचों ही माइनस कर देना सारे कोना का जोड़। जे बाहर भी आ गया तो भी 360 चों माइनस करना है, जे अंदरले कोना का आ गया तो अंदरले कोना जोड़ पता करके 5 पुजदे ते बटा कर लेना। तो 70 + 40 110, 110 + 50 160, 160 + 60 220, तो कितना आ जाएगा 140 डिग्री। ऐदा कोई भी भुजावां वाला जिन्ने भी कोण होणगे बाहर 360 चों माइनस करके X आ जाएगा। X किवें निकलेगा, 360 चों सारे बाहरले माइनस कर देने, जोड़ उन्हां दा। इज इट ओके? आई थिंक मैनूं पूरी उम्मीद है तुहानूं ये सवाल समझ आ गए होणगे। थैंक यू।